ਜਿਹੜੇ ਸਟੂਡੈਂਟ ਯੂਕੇ ਲਈ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਨੇ ਅੱਜ ਦੀ ਵੀਡੀਓ 'ਚ ਆਪਾਂ ਯੂਕੇ ਦਾ ਪ੍ਰੋਸੈਸ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ। ਜਿਹੜੇ ਸਟੂਡੈਂਟਸ ਦੀ ਕੈਨੇਡਾ ਚੋਂ 3 ਜਾਂ 4 ਵਾਰ ਰਿਫਿਊਜ਼ਲ ਆ ਜਾਂ ਕੈਨੇਡਾ ਦੇ ਲਈ ਐਲੀਜੀਬਿਲਟੀ ਨਹੀਂ ਬਣ ਰਹੀ ਜਾਂ ਕਿਸੇ ਅਦਰ ਕੰਟਰੀ ਲਈ ਐਲੀਜੀਬਿਲਟੀ ਨਹੀਂ ਬਣ ਰਹੀ ਤਾਂ ਉਹਨਾਂ ਲਈ ਯੂਕੇ ਇੱਕ ਬਹੁਤ ਵਧੀਆ ਆਪਸ਼ਨ ਹੈ। ਇਸ ਟਾਈਮ ਯੂਕੇ ਓਪਨ ਵੀ ਹੈ ਤੇ ਯੂਕੇ ਦੇ ਵੀਜ਼ਾ ਸਕਸੈਸ ਰੇਟ ਵੀ ਬਹੁਤ ਵਧੀਆ ਚੱਲ ਰਹੇ ਨੇ। ਜੇਕਰ ਤੁਸੀਂ ਯੂਕੇ ਲਈ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਅੱਜ ਆਪਾਂ ਜੋ ਉਸ ਦਾ ਪ੍ਰੋਪਰ ਪ੍ਰੋਸੈਸ ਹੈ, ਕੰਪਲੀਟ ਪ੍ਰੋਸੈਸ ਆ, ਉਸ ਨੂੰ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਜੇਕਰ ਤੁਸੀਂ ਯੂਕੇ ਲਈ ਫਾਈਲ ਅਪਲਾਈ ਕਰਦੇ ਹੋ ਤਾਂ ਆਫਰ ਲੈਟਰ ਲਈ ਅਪਲਾਈ ਕਰਦੇ ਹੋ। ਯੂਕੇ ਦੇ ਵਿੱਚ ਜੇਕਰ ਤੁਸੀਂ +2 ਕੀਤੀ ਹੋਈ ਹੈ ਤਾਂ ਤੁਸੀਂ ਬੈਚਲਰ ਲਈ ਹੀ ਅਪਲਾਈ ਕਰ ਸਕਦੇ ਹੋ। ਜੇਕਰ ਤੁਸੀਂ ਬੈਚਲਰ ਡਿਗਰੀ ਕੀਤੀ ਹੋਈ ਹੈ ਤਾਂ ਮਾਸਟਰ ਡਿਗਰੀ ਲਈ ਹੀ ਅਪਲਾਈ ਕਰ ਸਕਦੇ ਹੋ। ਬੈਚਲਰ ਡਿਗਰੀ 3 ਸਾਲ ਦੀ ਹੋਵੇਗੀ। ਮਾਸਟਰ ਡਿਗਰੀ ਹੈ ਜੋ ਯੂਕੇ ਦੇ ਵਿੱਚ ਕਈ ਯੂਨੀਵਰਸਿਟੀਜ਼ ਦੇ ਵਿੱਚ 1 ਸਾਲ ਦੀ ਹੈ ਤੇ ਕਈ ਯੂਨੀਵਰਸਿਟੀਜ਼ ਦੇ ਵਿੱਚ 2 ਸਾਲ ਦੀ ਹੈ। ਐਲੀਜੀਬਿਲਟੀ ਕ੍ਰਾਈਟੇਰੀਆ ਦੀ ਗੱਲ ਕਰੀਏ ਤਾਂ ਤੁਸੀਂ 50% ਮਾਰਕਸ ਜਾਂ ਉਸ ਤੋਂ ਜ਼ਿਆਦਾ ਮਾਰਕਸ ਨਾਲ ਅਪਲਾਈ ਕਰ ਸਕਦੇ ਹੋ। ਹੁਣ ਮੈਂ ਇਹ ਨਹੀਂ ਕਹਿੰਦਾ ਕਿ 50% ਤੋਂ ਜੋ ਬਿਲੋ ਵਾਲੇ ਆ ਉਹਨਾਂ ਦੇ ਜੋ ਵੀਜ਼ਾ ਨਹੀਂ ਆਵੇਗਾ ਜਾਂ ਯੂਨੀਵਰਸਿਟੀ ਉਹਨਾਂ ਨੂੰ ਐਕਸੈਪਟ ਨਹੀਂ ਕਰੇਗੀ। ਬਿਲੋ ਜੋ 50% ਤੋਂ ਸਟੂਡੈਂਟਸ ਨੇ ਉਹਨਾਂ ਨੂੰ ਵੀ ਐਕਸੈਪਟੈਂਸ ਮਿਲ ਸਕਦੀ ਹੈ, ਯੂਨੀਵਰਸਿਟੀ ਦਾ ਆਫਰ ਲੈਟਰ ਮਿਲ ਸਕਦਾ। ਪਰ ਤੁਹਾਨੂੰ ਇਹ ਗੱਲ ਜ਼ਰੂਰ ਪਤਾ ਹੋਊਗਾ ਜੇਕਰ ਆਪਾਂ ਇੱਕ ਚੰਗੀ ਕੰਟਰੀ 'ਚ ਅਪਲਾਈ ਕਰਦੇ ਹਾਂ ਤਾਂ ਤੁਹਾਡਾ ਪ੍ਰੀਵੀਅਸ ਸਟੱਡੀ ਬਹੁਤ ਮੈਟਰ ਕਰਦੀ ਹੈ, ਕਿਉਂਕਿ 50% ਤੋਂ ਜੇਕਰ ਜ਼ਿਆਦਾ ਮਾਰਕਸ ਨੇ, 60% ਤੋਂ ਜ਼ਿਆਦਾ ਮਾਰਕਸ ਨੇ ਤਾਂ ਤੁਹਾਨੂੰ ਸਕਾਲਰਸ਼ਿਪ ਵੀ ਮਿਲ ਸਕਦੀ ਹੈ 3000 4000 ਪਾਉਂਡ ਤੱਕ ਦੀ। ਜਿਸ ਤਰੀਕੇ ਨਾਲ ਤੁਹਾਡੀ ਪਰਸੈਂਟੇਜ ਵਧੇਗੀ ਸਕਾਲਰਸ਼ਿਪ ਦੇ ਚਾਂਸਸ ਜ਼ਿਆਦਾ ਵੱਧਦੇ ਨੇ। ਯੂਕੇ ਦੇ ਵਿੱਚ ਅਪਲਾਈ ਕਰਨ ਲਈ ਤੁਸੀਂ ਵਿਦ ਆਇਲਸ ਐਂਡ ਵਿਦਆਊਟ ਆਇਲਸ ਵੀ ਅਪਲਾਈ ਕਰ ਸਕਦੇ ਹੋ। ਵਿਦ ਐਂਡ ਵਿਦਆਊਟ ਆਇਲਸ ਦੋਨੇ ਤਰੀਕੇ ਨਾਲ ਯੂਕੇ ਦੇ ਵਿੱਚ ਅਪਲਾਈ ਕੀਤਾ ਜਾ ਸਕਦਾ। ਜੇਕਰ ਤੁਸੀਂ ਆਇਲਸ ਕੀਤੀ ਹੈ ਤਾਂ ਮਿਨੀਮਮ 5.5 ਈਚ ਸਕੋਰ ਦੇ ਨਾਲ ਤੁਸੀਂ ਅਪਲਾਈ ਕਰ ਸਕਦੇ ਹੋ। ਵਿਦਆਊਟ ਆਇਲਸ ਜੇਕਰ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਹਾਡੀ ਜੋ ਪ੍ਰੀਵੀਅਸ ਸਟੱਡੀ ਹੈ ਉਸ ਦੇ ਵਿੱਚ ਇੰਗਲਿਸ਼ ਦੀ ਪਰਸੈਂਟੇਜ 60% ਜ਼ਰੂਰ ਹੋਣੀ ਚਾਹੀਦੀ ਹੈ ਜੇਕਰ ਤੁਸੀਂ ਯੂਕੇ ਲਈ ਅਪਲਾਈ ਕਰ ਰਹੇ ਹੋ। ਉਸ ਤੋਂ ਬਾਅਦ ਜੇਕਰ ਗੱਲ ਕਰੀਏ ਤਾਂ ਕ੍ਰੈਡੀਬਿਲਟੀ ਇੰਟਰਵਿਊ ਕਈ ਸਟੂਡੈਂਟਸ ਦੀ ਆ ਸਕਦੀ ਹੈ, ਪਰ ਜੇਕਰ ਤੁਸੀਂ ਆਇਲਸ ਕੀਤੀ ਹੈ ਤਾਂ ਇੰਟਰਵਿਊ ਆਉਣ ਦੇ ਚਾਂਸਸ ਘੱਟ ਜਾਂਦੇ ਨੇ। ਪਰ ਜੇਕਰ ਤੁਸੀਂ ਆਇਲਸ ਨਹੀਂ ਕੀਤੀ ਹੋਈ ਤਾਂ ਇੰਟਰਵਿਊ ਦੇ ਚਾਂਸਸ ਥੋੜ੍ਹੇ ਜ਼ਿਆਦਾ ਹੁੰਦੇ ਹਨ। ਕ੍ਰੈਡੀਬਿਲਟੀ ਇੰਟਰਵਿਊ ਜੋ ਕੋਈ ਜ਼ਿਆਦਾ ਘਬਰਾਉਣ ਵਾਲੀ ਗੱਲ ਨਹੀਂ। ਸਟੂਡੈਂਟਸ ਨੂੰ ਹਮੇਸ਼ਾ ਡਰ ਹੁੰਦਾ ਕਿ ਯੂਕੇ ਦੇ ਵਿੱਚ ਜੇਕਰ ਮੇਰੀ ਇੰਟਰਵਿਊ ਆ ਗਈ ਤਾਂ ਇੰਟਰਵਿਊ ਤਰੀਕੇ ਨਾਲ ਕਲੀਅਰ ਹੋਏਗੀ। ਤਾਂ ਇੰਟਰਵਿਊ ਕੋਈ ਜ਼ਿਆਦਾ ਟਫ ਨਹੀਂ ਹੁੰਦੀ, ਸਿਰਫ ਬੇਸਿਕ ਕੁਐਸਚਨਸ ਹੀ ਪੁੱਛੇ ਜਾਂਦੇ ਨੇ। ਸਿਰਫ ਜੋ ਕੁਐਸਚਨਸ ਆਨਸਰ ਕੀਤੇ ਜਾਂਦੇ ਨੇ ਉਹ ਤੁਹਾਡੇ ਰਿਗਾਰਡਿੰਗ ਹੀ ਹੁੰਦੇ ਆ। ਤੁਹਾਡੀ ਪ੍ਰੀਵੀਅਸ ਸਟੱਡੀ ਕੀ ਹੈ, ਤੁਹਾਡੀ ਫਿਊਚਰ ਸਟੱਡੀ ਕੀ ਹੋਣ ਵਾਲੀ ਹੈ ਯੂਕੇ ਪਹੁੰਚ ਕੇ, ਤੁਹਾਡੀ ਜੋ ਫਿਊਚਰ ਸਟੱਡੀ ਆ ਉਸ ਦਾ ਤੁਹਾਡੀ ਲਾਈਫ ਦੇ ਉੱਤੇ ਕੀ ਇੰਪੈਕਟ ਪਏਗਾ, ਉਸਦੇ ਕੀ ਪੋਜ਼ਿਟਿਵ ਸਿਨੈਰੀਓ ਤੁਹਾਨੂੰ ਮਿਲਣਗੇ। ਜੇਕਰ ਤੁਸੀਂ ਫਿਊਚਰ ਸਟੱਡੀ ਯੂਕੇ ਦੇ ਵਿੱਚ ਕਰਦੇ ਹੋ ਤਾਂ ਉਸ ਤੋਂ ਬਾਅਦ ਤੁਹਾਡੀ ਜੋ ਜੌਬ ਦੇ ਸਕੋਪ ਹੈ ਉਹ ਕੀ ਹੋਣਗੇ। ਤਾਂ ਸਿਰਫ ਬੇਸਿਕ ਕੁਐਸਚਨ ਆਨਸਰਸ ਹੋਣਗੇ, ਘਬਰਾਉਣ ਦੀ ਲੋੜ ਨਹੀਂ। ਕ੍ਰੈਡੀਬਿਲਟੀ ਇੰਟਰਵਿਊ ਬਹੁਤ ਈਜ਼ੀਲੀ ਇੱਕ ਸਟੂਡੈਂਟ ਕਲੀਅਰ ਕਰ ਸਕਦਾ। ਉਸ ਤੋਂ ਬਾਅਦ ਜੇਕਰ ਗੱਲ ਕਰੀਏ ਜਦੋਂ ਤੁਸੀਂ ਕ੍ਰੈਡੀਬਿਲਟੀ ਇੰਟਰਵਿਊ ਕਲੀਅਰ ਕਰਦੇ ਹੋ ਜੋ ਬਹੁਤ ਰੇਅਰ ਸਟੂਡੈਂਟਸ ਦੀ ਆਉਂਦੀ ਹੈ, ਜੇਕਰ ਆਉਂਦੀ ਵੀ ਹੈ ਤਾਂ ਈਜ਼ੀਲੀ ਕਲੀਅਰ ਹੋ ਜਾਂਦੀ ਹੈ, ਤਾਂ ਉਸ ਤੋਂ ਬਾਅਦ ਫੀਸ ਸਬਮਿਟ ਕਰਨੀ ਹੁੰਦੀ ਹੈ। ਤਾਂ ਯੂਕੇ ਦੇ ਵਿੱਚ 1 ਸਾਲ ਦੀ ਜੋ ਫੀਸ ਆਉਂਦੀ ਹੈ ਉਹ 10,000 ਪਾਉਂਡਸ ਤੋਂ ਲੈ ਕੇ 17-18,000 ਪਾਉਂਡ ਤੱਕ, 17-18,000 ਪਾਉਂਡ ਤੱਕ 1 ਸਾਲ ਦੀ ਫੀਸ ਆਉਂਦੀ ਹੈ। ਅਲੱਗ-ਅਲੱਗ ਯੂਨੀਵਰਸਿਟੀਜ਼ ਦੀ ਅਲੱਗ-ਅਲੱਗ ਫੀਸ ਸਟਰਕਚਰ ਹੁੰਦਾ। 10,000 ਪਾਉਂਡ ਤੋਂ ਸ਼ੁਰੂ ਕਰਕੇ 17 ਜਾਂ 18,000 ਪਾਉਂਡ ਪਰ ਈਅਰ ਤੱਕ ਇਹ ਜਾਂਦਾ ਹੈਗਾ। ਤਾਂ ਤੁਸੀਂ ਕਿਸ ਯੂਨੀਵਰਸਿਟੀ 'ਚ ਐਡਮਿਸ਼ਨ ਲੈ ਰਹੇ ਹੋ ਤੁਹਾਡਾ ਫੀਸ ਸਟਰਕਚਰ ਉਸੇ ਦੇ ਉੱਪਰ ਮੈਟਰ ਕਰਦਾ। ਹੁਣ ਫੀਸ ਕਿੰਨੇ ਚਿਰ ਦੀ ਸਬਮਿਟ ਕਰਨੀ ਹੁੰਦੀ ਹੈ, ਜੋ ਬਹੁਤ ਸਾਰਾ ਸਟੂਡੈਂਟਸ ਸਾਡੇ ਤੋਂ ਸਵਾਲ ਪੁੱਛਦੇ ਨੇ, ਮੇਰੇ ਤੋਂ ਵੀ ਜਾਣਨਾ ਚਾਹੁੰਦੇ ਨੇ ਕਿ ਸਰ ਕਿੰਨੇ ਟਾਈਮ ਦੀ ਫੀਸ ਸਬਮਿਟ ਕਰੀਏ। ਤਾਂ ਫੀਸ ਸਬਮਿਟ ਕਰਨ ਲਈ 3 ਆਪਸ਼ਨਸ ਤੁਹਾਡੇ ਕੋਲ ਅਵੇਲੇਬਲ ਹੁੰਦੀਆਂ। ਫਸਟ ਆਪਸ਼ਨ ਜੋ ਮਿਨੀਮਮ ਫੀਸ ਉਹਨਾਂ ਨੇ ਡਿਮਾਂਡ ਕੀਤੀ ਹੈ ਕੈਸ਼ ਲੈਟਰ ਇਸ਼ੂ ਕਰਨ ਲਈ। ਸੈਕਿੰਡ ਆਪਸ਼ਨ ਹੈ ਤੁਸੀਂ 1 ਸਮੈਸਟਰ ਦੀ ਫੀਸ ਵੀ ਸਬਮਿਟ ਕਰ ਸਕਦੇ ਹੋ। ਤੇ ਥਰਡ ਆਪਸ਼ਨ ਹੈ ਤੁਸੀਂ ਪੂਰੇ ਸਾਲ ਦੀ, ਪਹਿਲੇ ਸਾਲ ਦੀ ਫੀਸ ਸਬਮਿਟ ਕਰਕੇ ਤੁਸੀਂ ਫਲਾਈ ਕਰ ਸਕਦੇ ਹੋ। ਤਾਂ ਤਿੰਨੋਂ ਆਪਸ਼ਨ ਦੇ ਵਿੱਚੋਂ ਕਿਹੜੀ ਆਪਸ਼ਨ ਚੁਣਨੀ ਚਾਹੀਦੀ ਹੈ? ਤਾਂ ਮੇਰੇ ਅਕੋਰਡਿੰਗ ਤੁਹਾਨੂੰ ਮਿਨੀਮਮ 1 ਸਮੈਸਟਰ ਦੀ ਫੀਸ ਜ਼ਰੂਰ ਹੈ ਜੋ ਸਬਮਿਟ ਕਰਨੀ ਚਾਹੀਦੀ ਹੈ। ਮਿਨੀਮਮ ਫੀਸ ਨਹੀਂ ਸਬਮਿਟ ਕਰਨੀ ਚਾਹੀਦੀ ਜੋ ਉਹਨਾਂ ਨੇ ਕੈਸ਼ ਲੈਟਰ ਲਈ ਮੰਗੀ ਹੈ। ਮਿਨੀਮਮ ਅਗਰ ਮੈਂ ਗੱਲ ਕਰਾਂ ਤਾਂ ਤੁਹਾਨੂੰ 1 ਸਮੈਸਟਰ ਦੀ ਫੀਸ ਜ਼ਰੂਰ ਸਬਮਿਟ ਕਰਨੀ ਚਾਹੀਦੀ ਹੈਗੀ। ਜੇਕਰ ਤੁਸੀਂ ਪੂਰੇ ਸਾਲ ਦੀ ਫੀਸ ਸਬਮਿਟ ਕਰਦੇ ਹੋ, ਪੂਰੇ ਸਾਲ ਦੀ ਫੀਸ ਭਰਦੇ ਹੋ ਤਾਂ ਇਸ ਦਾ ਪੋਜ਼ਿਟਿਵ ਇੰਪੈਕਟ ਤੁਹਾਡੀ ਫਾਈਲ ਦੇ ਉੱਪਰ ਜ਼ਰੂਰ ਪਵੇਗਾ। ਯੂਨੀਵਰਸਿਟੀ ਤੋਂ ਬਾਅਦ ਜੇਕਰ ਜੇ ਐਮਬੈਸੀ ਦੀ ਗੱਲ ਕਰੀਏ ਤਾਂ ਐਮਬੈਸੀ ਇੰਟਰਵਿਊ ਘੱਟ ਜਾਂਦੀ ਹੈ, ਐਮਬੈਸੀ ਇੰਟਰਵਿਊ ਦੇ ਚਾਂਸਸ ਘੱਟ ਜਾਂਦੇ ਆ ਜੇਕਰ ਤੁਸੀਂ ਪੂਰੇ 1 ਸਾਲ ਦੀ ਫੀਸ ਸਬਮਿਟ ਕਰਦੇ ਹੋ। ਵੀਜ਼ਾ ਚਾਂਸਸ ਹਾਈ ਹੋ ਜਾਂਦੇ ਨੇ, ਡਿਪੈਂਡ ਕਰਦਾ ਤੁਸੀਂ 6 ਮਹੀਨਿਆਂ ਦੀ ਜਾਂ ਮਿਨੀਮਮ 1 ਸਾਲ ਦੀ ਫੀਸ ਜ਼ਰੂਰ ਭਰੋ। ਉਸ ਤੋਂ ਬਾਅਦ ਜੋ ਤੁਸੀਂ 1 ਸਾਲ ਦੀ ਫੀਸ ਸਬਮਿਟ ਕਰਦੇ ਹੋ, 6 ਮਹੀਨਿਆਂ ਦੀ ਫੀਸ ਸਬਮਿਟ ਕਰਦੇ ਹੋ ਤਾਂ ਉਸ ਤੋਂ ਬਾਅਦ ਤੁਸੀਂ ਅਪਲਾਈ ਕਰਦੇ ਹੋ ਕੈਸ਼ ਲੈਟਰ ਦੇ ਲਈ। ਕੈਸ਼ ਲੈਟਰ ਕੀ ਹੈ? ਕੈਸ਼ ਲੈਟਰ ਜੇਕਰ ਮੈਂ ਗੱਲ ਕਰਾਂ ਤਾਂ ਯੂਕੇ ਦੇ ਕੇਸ ਦੇ ਵਿੱਚ ਸਭ ਤੋਂ ਇੰਪੋਰਟੈਂਟ ਡਾਕੂਮੈਂਟ ਜੋ ਹੈਗਾ ਗਾ ਉਹ ਕੈਸ਼ ਲੈਟਰ ਹੈ। ਤੇ ਕੈਸ਼ ਲੈਟਰ ਕੀ ਹੈ? ਕਨਫਰਮੇਸ਼ਨ ਆਫ ਅਸੈਪਟੈਂਸ ਆਫ ਸਟੱਡੀਜ਼।
ਸਭ ਤੋਂ ਇੰਪੋਰਟੈਂਟ ਇਹ ਚੀਜ਼ ਹੈਗੀ ਹੈ ਕਿ ਕੈਜ਼ ਲੈਟਰ ਦੇ ਲਈ ਤੁਹਾਨੂੰ ਫੀਸ ਸਬਮਿਟ ਕਰਨੀ ਜ਼ਰੂਰੀ ਹੈਗੀ, ਤੇ ਕੈਜ਼ ਲੈਟਰ ਲੈਣ ਤੋਂ ਪਹਿਲਾਂ ਤੁਹਾਨੂੰ ਫੰਡ ਸ਼ੋ ਕਰਨੇ ਜ਼ਰੂਰੀ ਹੁੰਦੇ ਨੇ। ਫੰਡ ਸ਼ੋ ਜੋ ਯੂਕੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਨੇ, ਕਿੰਨੇ ਫੰਡ ਸ਼ੋ ਕਰਨੇ ਨੇ। ਬਹੁਤ ਸਾਰੇ ਸਟੂਡੈਂਟਸ ਦਾ ਇਹ ਸਵਾਲ ਹੁੰਦਾ ਕਿ ਸਰ ਅਸੀਂ ਕੈਜ਼ ਲੈਟਰ ਲਈ ਕਿੰਨੇ ਫੰਡ ਸ਼ੋ ਕਰਨੇ ਆ। ਤਾਂ ਯੂਕੇ ਨੂੰ ਦੋ ਭਾਗਾਂ ਦੇ ਵਿੱਚ, ਦੋ ਹਿੱਸਿਆਂ ਦੇ ਵਿੱਚ ਡਿਵਾਈਡ ਕੀਤਾ ਗਿਆ, ਇਨਰ ਲੰਡਨ ਐਂਡ ਆਊਟਰ ਲੰਡਨ। ਇਨਰ ਲੰਡਨ ਲਈ ਫੰਡਸ ਥੋੜ੍ਹੇ ਜਿਹੇ ਜ਼ਿਆਦਾ ਸ਼ੋ ਕਰਨੇ ਪੈਂਦੇ, ਆਊਟਰ ਲੰਡਨ ਲਈ ਥੋੜ੍ਹੇ ਜਿਹੇ ਘੱਟ ਸ਼ੋ ਕਰਨੇ ਪੈਂਦੇ ਆ। ਜੇਕਰ ਮੈਂ ਇਨਰ ਲੰਡਨ ਦੀ ਗੱਲ ਕਰਾਂ ਤਾਂ ਈਜ਼ੀਲੀ 15-16 ਲੱਖ ਰੁਪਏ ਫੰਡ ਤੁਹਾਨੂੰ ਸ਼ੋ ਕਰਨੇ ਚਾਹੀਦੇ ਨੇ, ਜੋ 28 ਦਿਨ ਪੁਰਾਣੇ, 1 ਮਹੀਨਾ ਪੁਰਾਣੇ ਹੋਣੇ ਚਾਹੀਦੇ ਆ। ਆਊਟਰ ਲੰਡਨ ਦੇ ਲਈ ਗੱਲ ਕਰੀਏ ਤਾਂ 12-13 ਲੱਖ ਫੰਡ ਤੁਸੀਂ ਸ਼ੋ ਕਰ ਸਕਦੇ ਹੋਗੇ ਜੇਕਰ ਤੁਸੀਂ ਆਊਟਰ ਲੰਡਨ ਦੇ ਲਈ ਅਪਲਾਈ ਕਰ ਰਹੇ ਹੋ। ਕੈਜ਼ ਲੈਟਰ ਆਉਣ ਤੋਂ ਬਾਅਦ ਤੁਸੀਂ ਆਪਣੀ ਫਾਈਲ ਹੈ ਜੋ ਉਸਨੂੰ ਔਨਲਾਈਨ ਸਬਮਿਟ ਕਰਦੇ ਹੋ, ਉਸ ਤੋਂ ਬਾਅਦ ਆਪਣੇ ਡਾਕੂਮੈਂਟਸ ਲੈ ਕੇ ਤੁਸੀਂ ਯੂਕੇ ਦੀ ਅੰਬੈਸੀ ਦੇ ਵਿੱਚ ਜਾਂਦੇ ਹੋਗੇ। ਤਾਂ ਉਸ ਤੋਂ ਬਾਅਦ ਤੁਹਾਡਾ ਵੀਜ਼ਾ ਜੋ ਗ੍ਰਾਂਟ ਹੁੰਦਾ ਹੈਗਾ, ਯੂਕੇ ਦੇ ਵਿੱਚ ਵੀਜ਼ਾ ਗ੍ਰਾਂਟ ਹੋਣ 'ਤੇ ਜ਼ਿਆਦਾ ਸਮਾਂ ਨਹੀਂ ਲੱਗਦਾ। ਅੰਬੈਸੀ ਦੇ ਵਿੱਚ ਜਾਂਦੇ ਹੋ ਤਾਂ ਅੰਬੈਸੀ ਦੀ ਜੋ ਫੀਸ ਹੈ ਉਹ ਤਕਰੀਬਨ 35-40 ਰੁਪਏ ਹੈ। ਤੁਸੀਂ ਅੰਬੈਸੀ ਯੂਕੇ ਦੀ ਸਭ ਤੋਂ ਵਧੀਆ ਚੀਜ਼ ਕੀ ਹੈ ਕਿ ਤੁਹਾਨੂੰ ਰਿਜ਼ਲਟ ਬਹੁਤ ਜਲਦੀ ਦੇ ਦਿੰਦੇ ਆ। 3-4 ਦਿਨਾਂ ਤੋਂ ਲੈ ਕੇ ਮੈਕਸੀਮਮ 3 ਵੀਕ ਤੱਕ ਦਾ ਸਮਾਂ ਲੈਂਦਾ ਯੂਕੇ। ਵਿਦਿਨ 3 ਵੀਕਸ, 21 ਦਿਨਾਂ ਦੇ ਵਿੱਚ, ਜਾਂ ਮੈਂ ਗੱਲ ਕਰਾਂ 30 ਦਿਨਾਂ ਦੇ ਵਿੱਚ ਤੁਹਾਡੇ ਕੋਲ ਤੁਹਾਡਾ ਰਿਜ਼ਲਟ ਪੋਜ਼ੀਟਿਵ ਜਾਂ ਨੈਗੇਟਿਵ ਤੁਹਾਡੇ ਹੱਥ 'ਚ ਹੁੰਦਾ ਹੈਗਾ। ਜਦੋਂ ਤੁਹਾਡਾ ਰਿਜ਼ਲਟ ਆਉਂਦਾ ਉਸ ਤੋਂ ਬਾਅਦ ਸਟੂਡੈਂਟ ਦਾ ਇੱਕ ਕੁਐਸਚਨ ਹੁੰਦਾ, ਸਰ PSW ਕਿੰਨੇ ਚਿਰ ਦਾ ਮਿਲੇਗਾ, ਪੋਸਟ ਸਟੱਡੀ ਜੋ ਵਰਕ ਪਰਮਿਟ ਆ ਉਹ ਕਿੰਨੇ ਚਿਰ ਦਾ ਮਿਲੇਗਾ। ਤਾਂ ਜੇਕਰ ਤੁਸੀਂ ਬੈਚਲਰ ਡਿਗਰੀ ਲਈ ਜਾ ਰਹੇ ਹੋ ਜਾਂ ਮਾਸਟਰ ਡਿਗਰੀ ਲਈ ਜਾ ਰਹੇ ਹੋ ਤਾਂ ਤੁਹਾਨੂੰ 2 ਸਾਲ ਦਾ ਵਰਕ ਪਰਮਿਟ ਮਿਲੇਗਾ। ਲੇਕਿਨ ਜੇਕਰ ਤੁਸੀਂ ਡਾਕਟਰੇਟ ਯਾਨੀ ਕਿ PhD ਲਈ ਜਾ ਰਹੇ ਹੋ ਤਾਂ ਤੁਹਾਨੂੰ 3 ਸਾਲ ਦਾ ਵਰਕ ਪਰਮਿਟ ਮਿਲੇਗਾ। ਤਾਂ ਯੂਕੇ ਇਸ ਟਾਈਮ ਇੱਕ ਬਹੁਤ ਵਧੀਆ ਓਪਰਚੁਨਿਟੀ ਹੈ ਸਟੂਡੈਂਟਸ ਲਈ, ਜਿਹੜੇ ਸਟੂਡੈਂਟ ਕੈਨੇਡਾ ਲਈ ਐਲੀਜੀਬਲ ਨਹੀਂ ਹੋ ਰਹੇ ਜਾਂ ਜਿਨ੍ਹਾਂ ਦੀ ਡ੍ਰੀਮ ਡੈਸਟੀਨੇਸ਼ਨ ਯੂਕੇ ਹੀ ਹੈ, ਉਹ ਯੂਕੇ ਲਈ ਅਪਲਾਈ ਕਰ ਸਕਦੇ ਨੇ। ਜੈਨ ਇਨਟੇਕ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਆਲਮੋਸਟ ਫੁੱਲ ਚੱਲ ਰਿਹਾ। ਨੈਕਸਟ ਇਨਟੇਕ ਲਈ ਤੁਸੀਂ ਅਪਲਾਈ ਕਰ ਸਕਦੇ ਹੋ। ਜੇਕਰ ਸਟਿਲ ਯੂਕੇ ਦੇ ਲਈ ਤੁਹਾਡੇ ਦਿਮਾਗ ਦੇ ਵਿੱਚ ਕੋਈ ਸਵਾਲ ਹੈ ਤਾਂ ਸਾਡੇ ਨੰਬਰਾਂ 'ਤੇ ਆਪਣਾ ਸਵਾਲ ਛੱਡ ਸਕਦੇ ਹੋ। ਯੂਕੇ ਲਈ ਅਪਲਾਈ ਕਰਨ ਲਈ BM ਐਜੂਕੇਸ਼ਨ ਦੇ ਨੰਬਰਾਂ 'ਤੇ ਆਪਣੀ ਪ੍ਰੋਫਾਈਲ ਛੱਡੋ, ਤੁਹਾਨੂੰ ਸਾਡੇ ਵੀਜ਼ਾ ਐਕਸਪਰਟ ਬਿਲਕੁਲ ਫ੍ਰੀ ਆਫ ਕਾਸਟ ਅਸੈਸਮੈਂਟ ਦੇਣਗੇ।